ਹੈਲੋ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਨਮਸਕਾਰ। ਬੇਟਾ ਤੁਸੀਂ ਸਾਰੇ ਜਣੇ ਇੱਕ ਬਹੁਤ ਇੰਟਰਸਟਿੰਗ ਚੈਪਟਰ ਕਰ ਰਹੇ ਹੋ। ਕੰਟੀਨਿਊਸਲੀ ਆਪਾਂ ਚੱਲ ਰਹੇ ਹਾਂ ਉਸੇ ਚੈਪਟਰ ਨੂੰ ਲੈ ਕੇ, ਏਰੀਆ ਐਂਡ ਪੈਰੀਮੀਟਰ। ਬੇਟਾ ਜਿਹੜਾ ਇਹ ਚੈਪਟਰ ਹੈ, ਸਭ ਤੋਂ ਪਹਿਲਾਂ ਇਹ ਜਾਣੋ ਕਿ ਬਹੁਤ ਇੰਪੋਰਟੈਂਟ ਚੈਪਟਰ ਹੈ, ਜਿਹੜਾ ਕਿ ਆਪਣੇ ਨਾਲ 10th ਤੱਕ ਚੱਲਦਾ ਹੈ। ਜੇ ਆਪਾਂ ਹੁਣੇ ਇਸ ਨੂੰ ਅੱਛੀ ਤਰ੍ਹਾਂ ਸਮਝ ਲਾਂਗੇ ਤਾਂ ਅਗਲੀਆਂ ਹਾਇਰ ਕਲਾਸਿਸ ਦੇ ਵਿੱਚ ਬੇਟਾ ਤੁਹਾਨੂੰ ਜਿਹੜੀ ਬਹੁਤ ਆਸਾਨੀ ਹੁੰਦੀ ਹੈ ਇਸ ਚੈਪਟਰ ਨੂੰ ਕਰਨ ਦੇ ਵਿੱਚ। ਤੇ ਤੁਸੀਂ ਇਸ ਤੋਂ ਪਹਿਲਾਂ ਜਿਹੜੇ ਪਿਛਲੇ ਲੈਕਚਰ ਬੇਟਾ ਕੀਤੇ ਉਹਦੇ ਵਿੱਚ ਤੁਸੀਂ ਇਹਦੇ ਬੜੇ ਅੱਛੇ ਤਰੀਕੇ ਨਾਲ ਤੁਸੀਂ ਇਹਦੀਆਂ ਐਕਟੀਵਿਟੀਜ਼ ਕਰਕੇ ਤੁਸੀਂ ਇਸ ਕਨਸੈਪਟ ਨੂੰ ਅੱਛੀ ਤਰ੍ਹਾਂ ਸਮਝ ਚੁੱਕੇ ਹੋ ਕਿ ਏਰੀਆ ਤੇ ਪੈਰੀਮੀਟਰ ਹੈ ਜਿਹੜੇ ਬੇਟਾ ਉਹ ਕੀ ਹੁੰਦਾ ਹੈ, ਇਹਦਾ ਡਿਫਰੈਂਸ ਕੀ ਹੁੰਦਾ ਹੈ। ਫਿਰ ਅਸੀਂ ਇਹਦੇ ਬੇਟੇ ਫਾਰਮੂਲੇ ਵੀ ਸਿੱਖੇ ਸੀ ਕਿ ਅਸੀਂ ਆਇਤ ਦਾ, ਵਰਗ ਦਾ, ਉਸ ਤੋਂ ਬਾਅਦ ਅਸੀਂ ਤ੍ਰਿਭੁਜ ਦਾ, ਸਮਾਂਤਰ ਚਤੁਰਭੁਜ ਦਾ ਅਸੀਂ ਖੇਤਰਫਲ ਕਿਵੇਂ ਕੱਢਣਾ ਹੈ ਬੇਟਾ, ਅਸੀਂ ਉਹਦੇ ਫਾਰਮੂਲੇ ਵੀ ਸਿੱਖੇ ਸੀ। ਤੇ ਆਓ ਆਪਾਂ ਹੁਣ ਸਭ ਤੋਂ ਪਹਿਲਾਂ ਉਹਨਾਂ ਹੀ ਫਾਰਮੂਲਿਆਂ ਦੀ ਇੱਕ ਵਾਰੀ ਅਸੀਂ ਕੁਇਕ ਰਿਵੀਜ਼ਨ ਕਰਦੇ ਹਾਂ ਤਾਂ ਕਿ ਆਪਾਂ ਨੂੰ ਜਿਹੜੇ ਅਗਲੇ ਸਵਾਲ ਹੈ ਉਹ ਕਰਨ ਦੇ ਵਿੱਚ ਬੇਟਾ ਆਸਾਨੀ ਹੋਵੇ। ਤੇ ਆਪਾਂ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਸਕਰੀਨ ਤੇ ਕਿਹੜੀ ਸ਼ੇਪ ਦਿਖ ਰਹੀ ਹੈ ਬੇਟੇ, ਇਹ ਕੀ ਹੈ, ਇੱਕ ਵਰਗ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਪੈਰੀਮੀਟਰ ਆਫ ਅ ਸਕੁਆਇਰ। ਪੈਰੀਮੀਟਰ ਦਾ ਅਰਥ ਕੀ ਹੈ ਕਿ ਆਪਣੇ ਕੋਲ ਪਰਿਮਾਪ, ਵਰਗ ਦਾ ਪਰਿਮਾਪ ਕੀ ਹੈ। ਤੇ ਫਾਰਮੂਲਾ ਤੁਹਾਨੂੰ ਯਾਦ ਹੈ ਬੇਟਾ ਕੀ ਸੀ, 4 ਮਲਟੀਪਲਾਈ ਸਾਈਡ। ਤੇ ਪੰਜਾਬੀ ਦੇ ਵਿੱਚ ਬੇਟੇ ਆਪਾਂ ਕਹਿੰਦੇ ਆ ਵਰਗ ਦਾ ਘੇਰਾ ਜਾਂ ਵਰਗ ਦਾ ਪਰਿਮਾਪ, ਇਹ ਬੇਟੇ ਕਿਹਦੇ ਬਰਾਬਰ ਹੁੰਦਾ ਹੈ, 4 ਗੁਣਾ ਭੁਜਾ। ਉਸੇ ਤਰ੍ਹਾਂ ਫਿਰ ਆਪਾਂ ਸਿੱਖਿਆ ਸੀ ਕਿ ਏਰੀਆ ਆਫ ਸਕੁਆਇਰ, ਕਿ ਵਰਗ ਦਾ ਜਿਹੜਾ ਖੇਤਰਫਲ ਹੈ ਉਹ ਕਿਹਦੇ ਬਰਾਬਰ ਹੁੰਦਾ ਬੇਟੇ, ਫਾਰਮੂਲਾ ਤੁਹਾਨੂੰ ਯਾਦ ਹੈ, ਸਾਈਡ ਮਲਟੀਪਲਾਈ ਸਾਈਡ, ਜਾਂ ਆਪਾਂ ਕਹਿ ਦਿੰਦੇ ਆ ਵਰਗ ਦਾ ਸਕੁਆਇਰ, ਭੁਜਾ ਦਾ ਸਕੁਆਇਰ ਜਾਂ ਸਾਈਡ ਦਾ ਸਕੁਆਇਰ। ਉਸੇ ਤਰ੍ਹਾਂ ਵਰਗ ਦਾ ਖੇਤਰਫਲ ਬੇਟੇ ਕੀ ਹੁੰਦਾ ਹੈ, ਭੁਜਾ ਗੁਣਾ ਭੁਜਾ। ਤਾਂ ਇਹ ਸਾਰੀਆਂ ਬੇਟੇ ਆਪਾਂ ਜਿਹੜੇ ਦੋਨੋਂ ਫਾਰਮੂਲੇ ਅਸੀਂ ਕਿਹਦੇ ਨਾਲ ਰਿਲੇਟਡ ਦੇਖੇ ਹੈ, ਵਰਗ ਦੇ ਨਾਲ। ਤੇ ਉਸੇ ਤਰ੍ਹਾਂ ਫਿਰ ਆਪਣੇ ਕੋਲ ਨੈਕਸਟ ਜਿਹੜੀ ਆਪਾਂ ਸਿੱਖੀ ਸੀ ਫਿਗਰ, ਉਹ ਕੀ ਸੀ ਆਪਣੇ ਕੋਲ, ਆਇਤ। ਆਇਤ ਦੇ ਲਈ ਬੇਟਾ ਕੀ ਸੀ, ਪੈਰੀਮੀਟਰ ਆਫ ਰੈਕਟੈਂਗਲ ਦਾ ਆਪਾਂ ਫਾਰਮੂਲਾ ਪੜਿਆ ਸੀ ਕਿ 2 ਗੁਣਾ ਬ੍ਰੈਕਟ ਦੇ ਵਿੱਚ ਲੰਬਾਈ ਜਮਾ ਚੌੜਾਈ। ਉਸੇ ਤਰ੍ਹਾਂ ਜੇ ਆਪਾਂ ਇਹਨੂੰ ਪੰਜਾਬੀ ਚ ਜੇ ਲਿਖਣਾ ਹੈ ਤਾਂ ਆਇਤ ਦਾ ਘੇਰਾ, ਇਹ ਕਿਹਦੇ ਬਰਾਬਰ ਹੈ ਬੇਟਾ, 2 ਗੁਣਾ ਬ੍ਰੈਕਟ ਚ ਲੰਬਾਈ ਜਮਾ ਚੌੜਾਈ। ਉਸੇ ਤਰ੍ਹਾਂ ਆਪਣੇ ਕੋਲ ਬੇਟੇ ਏਰੀਆ ਆਫ ਰੈਕਟੈਂਗਲ, ਯਾਨੀ ਕਿ ਆਇਤ ਦਾ ਖੇਤਰਫਲ, ਬਿਲਕੁਲ ਸਿੰਪਲ, ਲੰਬਾਈ ਗੁਣਾ ਚੌੜਾਈ। ਤੇ ਜਿਹਨੂੰ ਆਪਾਂ ਇੰਗਲਿਸ਼ ਚ ਆਪਾਂ ਏਰੀਆ ਆਫ ਰੈਕਟੈਂਗਲ, ਪੰਜਾਬੀ ਚ ਆਇਤ ਦਾ ਖੇਤਰਫਲ, ਤੇ ਫਾਰਮੂਲਾ ਅਸੀਂ ਦੇਖ ਲਿਆ ਹੈ ਕੀ ਹੁੰਦਾ ਹੈ, ਲੰਬਾਈ ਗੁਣਾ ਚੌੜਾਈ। ਤੇ ਇਹ ਬੇਟਾ ਤੁਹਾਨੂੰ ਰਿਵਾਈਜ਼ ਕਰਾਉਣ ਦਾ ਇਹਦਾ ਮਤਲਬ ਇਹ ਸੀ ਕਿ ਇੱਕ ਵਾਰੀ ਬੇਟੇ ਫਾਰਮੂਲੇ ਜਿਹੜੇ ਹੈ ਆਪਾਂ ਨੂੰ ਜਾਣਦੇ ਹੋਣ ਤਾਂ ਆਪਾਂ ਸਵਾਲ ਬਹੁਤ ਜਲਦੀ ਕਰ ਲੈਂਦੇ ਆ। ਇੱਕ ਗੱਲ ਬੇਟਾ ਮੈਂ ਤੁਹਾਨੂੰ ਹੋਰ ਕਵਾਂਗੀ, ਜਦੋਂ ਵੀ ਤੁਸੀਂ ਏਰੀਆ ਪੈਰੀਮੀਟਰ ਦੇ ਕੁਐਸਚਨ ਕਰਨੇ ਹੈ, ਹਮੇਸ਼ਾ ਫਿਗਰ ਜ਼ਰੂਰ ਡਰਾ ਕਰੋ। ਫਿਗਰ ਡਰਾ ਕਰਦੇ ਹੀ, ਮੰਨ ਲਓ ਕਦੇ ਹੁਣ ਸਪੋਜ਼ ਮੰਨ ਲਓ ਮੈਨੂੰ ਇੱਕਦਮ ਨਹੀਂ ਯਾਦ ਆ ਰਿਹਾ ਫਾਰਮੂਲਾ, ਆਇਤ ਦੇ ਪਰਿਮਾਪ ਦਾ ਮੈਂ ਕੁਐਸਚਨ ਕਰਨਾ ਹੈ ਪਰ ਮੈਨੂੰ ਫਾਰਮੂਲਾ ਨਹੀਂ ਯਾਦ ਆ ਰਿਹਾ, ਲੇਕਿਨ ਜੇ ਤੁਸੀਂ ਫਿਗਰ ਡਰਾ ਕੀਤੀ ਹੈ ਤਾਂ ਤੁਹਾਨੂੰ ਇੱਕਦਮ ਯਾਦ ਆ ਜਾਂਦਾ ਕਿ ਪਰਿਮਾਪ ਕੀ ਹੁੰਦਾ ਹੈ, ਚਾਰੇ ਭੁਜਾਵਾਂ ਦਾ ਜੋੜ। ਤੇ ਆਪਾਂ ਨੂੰ ਪਤਾ ਹੈ ਜੇ ਇਹ ਲੈਂਥ ਲਈ ਅਸੀਂ ਇੱਧਰ ਲੈਂਥ ਲਈ ਤਾਂ ਆਪਾਂ ਨੂੰ ਪਤਾ ਹੈ ਆਮਨੇ ਸਾਹਮਣੇ ਦੀਆਂ ਭੁਜਾਵਾਂ ਕੀ ਹੁੰਦੀਆਂ ਨੇ, ਬਰਾਬਰ ਹੁੰਦੀਆਂ ਨੇ। ਤਾਂ ਸਾਨੂੰ ਪਤਾ ਹੈ ਕਿ ਫਾਰਮੂਲਾ ਕੀ ਬਣ ਜਾਏਗਾ, 2 × L + B। ਉਸੇ ਤਰ੍ਹਾਂ ਨਾਲ ਬੇਟੇ ਨੈਕਸਟ ਆਪਣੇ ਕੋਲ ਆਪਾਂ ਕੀਤਾ ਸੀ, ਦੇਖੋ ਇਹ ਤੁਹਾਡੇ ਕੋਲ ਕੀ ਫਿਗਰ ਬਣ ਰਹੀ ਹੈ, ਸਮਾਂਤਰ ਚਤੁਰਭੁਜ। ਸਮਾਂਤਰ ਚਤੁਰਭੁਜ ਦੇ ਵਿੱਚ ਬੇਟੇ ਅਸੀਂ ਕੀ ਦੇਖਿਆ ਸੀ ਕਿ ਆਪਣੇ ਕੋਲ ਸਮਾਂਤਰ ਚਤੁਰਭੁਜ ਤੁਹਾਨੂੰ ਯਾਦ ਹੈ ਕੀ ਹੁੰਦਾ ਹੈ, ਪਹਿਲਾਂ ਤਾਂ ਜਿਸ ਦੀਆਂ ਸਨਮੁਖ ਭੁਜਾਵਾਂ ਕੀ ਹੁੰਦੀਆਂ ਹਨ, ਸਮਾਂਤਰ ਹੁੰਦੀਆਂ ਹਨ। ਹੁਣ ਜਿਵੇਂ ਕਿ ਤੁਸੀਂ ਪਹਿਲੇ ਵਿੱਚ ਦੇਖ ਰਹੇ ਹੋ ਫਿਗਰ ਦੇ ਵਿੱਚ, ABCD ਸਾਡੇ ਕੋਲ ਕੀ ਹੈ, ਸਮਾਂਤਰ ਚਤੁਰਭੁਜ ਹੈ। ਇਸ ਤੇ ਆਧਾਰ AB ਤੇ ਬੇਟੇ ਇੱਕ ਲੰਬ ਖਿੱਚਿਆ ਹੋਇਆ ਹੈ DE, ਠੀਕ ਹੈ। ਉਸੇ ਤਰ੍ਹਾਂ ਜਿਹੜਾ ਬਿਲਕੁਲ ਸੇਮ ਸਮਾਂਤਰ ਚਤੁਰਭੁਜ ਅਸੀਂ ਦੂਸਰੀ ਫਿਗਰ ਦੇ ਵਿੱਚ ਲਿਆ ABCD, ਇਹਦੇ ਵਿੱਚ ਬੇਟੇ ਅਸੀਂ ਆਧਾਰ ਹੁਣ ਕਿਹੜਾ ਲੈ ਲਿਆ ਹੈ, AD। ਜੇ ਤੁਸੀਂ ਧਿਆਨ ਨਾਲ ਦੇਖੋ AD, ਤੇ AD ਤੇ ਸਾਡੇ ਕੋਲ ਲੰਬ ਕਿਹੜਾ ਖਿੱਚਿਆ ਹੋਇਆ ਹੈ, BF। ਤਾਂ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਫਾਰਮੂਲਾ ਸਾਨੂੰ ਆਂਦਾ ਹੁੰਦਾ ਹੈ, ਬੜੇ ਆਰਾਮ ਨਾਲ ਆਪਾਂ ਨੂੰ ਫਾਰਮੂਲਾ ਯਾਦ ਆ ਜਾਂਦਾ ਹੈ ਕਿ ਏਰੀਆ ਆਫ ਅ ਪੈਰਲਲੋਗ੍ਰਾਮ ਕੀ ਹੁੰਦਾ ਹੈ, ਬੇਸ ਮਲਟੀਪਲਾਈ ਹਾਈਟ, ਯਾਨੀ ਕਿ ਆਧਾਰ ਗੁਣਾ ਸ਼ਿਖਰ ਲੰਬ। ਫਾਰਮੂਲਾ ਤਾਂ ਆਪਾਂ ਨੂੰ ਯਾਦ ਹੈ, ਲੇਕਿਨ ਉਸਨੂੰ ਅਪਲਾਈ ਕਿਵੇਂ ਕਰਨਾ ਹੈ। ਦੇਖੋ ਜੇ ਤੁਹਾਡੇ ਕੋਲ ਜਿਵੇਂ ਆਪਾਂ ਇਹਨੂੰ ਜੇ ਆਪਾਂ ਫਿਗਰ 1 ਮੰਨੀਏ ਬੇਟਾ, ਤਾਂ ਜੇ ਫਿਗਰ 1 ਦੇ ਹਿਸਾਬ ਨਾਲ ਅਸੀਂ ਏਰੀਆ ਕੱਢਣਾ ਹੈ ਇਸ ਪੈਰਲਲੋਗ੍ਰਾਮ ਦਾ, ਤਾਂ ਤੁਹਾਡੇ ਕੋਲ ਫਾਰਮੂਲਾ ਕੀ ਹੋਏਗਾ ਬੇਟਾ,
ਫਾਰਮੂਲਾ ਸੇਮ ਹੈ ਬੇਸ ਇਨਟੂ ਹਾਈਟ, ਲੇਕਿਨ ਇੱਥੇ ਆਪਣੇ ਕੋਲ ਬੇਸ ਕੀ ਰਹੇਗਾ ਬੇਟੇ AB ਔਰ ਹਾਈਟ ਇਹਦੇ ਤੇ ਕੀ ਰਹੇਗੀ DE। ਠੀਕ ਹੈ, ਉਸੇ ਤਰ੍ਹਾਂ ਨਾਲ ਜੇਕਰ ਆਪਾਂ ਦੂਸਰੀ ਫਿਗਰ 2 ਦੇ ਹਿਸਾਬ ਨਾਲ ਅਸੀਂ ਬੇਟਾ ਜੇ ਏਰੀਆ ਫਾइंड ਆਊਟ ਕਰਨਾ ਹੈ ਤਾਂ ਫਾਰਮੂਲਾ ਫਿਰ ਬੇਸ ਇਨਟੂ ਹਾਈਟ ਹੈ, ਲੇਕਿਨ ਹੁਣ ਸਾਡੇ ਕੋਲ ਬੇਸ ਕਿਹੜਾ ਬਣ ਜਾਏਗਾ AD ਤੇ ਉਹਦੇ ਉੱਪਰ ਹਾਈਟ ਕਿਹੜੀ ਬਣ ਜਾਏਗੀ ਬੇਟੇ BF। ਤਾਂ ਇਸ ਚੀਜ਼ ਨੂੰ ਹਮੇਸ਼ਾ ਤੁਸੀਂ ਯਾਦ ਰੱਖਣਾ ਹੈ, ਸਪੈਸ਼ਲੀ ਜਦੋਂ ਅਸੀਂ ਸਮਾਂਤਰ ਚਤੁਰਭੁਜ ਦਾ ਖੇਤਰਫਲ ਕੱਢਦੇ ਹਾਂ ਜਾਂ ਕਿਸੇ ਤ੍ਰਿਭੁਜ ਦਾ ਕੱਢਦੇ ਹਾਂ, ਉਹਦੇ ਵਿੱਚ ਆਪਾਂ ਇਹ ਜ਼ਰੂਰ ਦੇਖਣਾ ਹੈ ਕਿ ਜਿਹੜਾ ਤੁਸੀਂ ਆਧਾਰ ਲਿਆ ਹੈ ਉਹਦੇ ਉੱਪਰ ਜੋ ਉਚਾਈ ਹੈ ਜਾਂ ਉਹਦੇ ਉੱਪਰ ਜੋ ਸ਼ਿਖਰ ਲੰਬ ਖਿੱਚਿਆ ਹੈ ਉਹ ਅਸੀਂ ਆਪਾਂ ਆਪਣੇ ਫਾਰਮੂਲੇ ਦੇ ਵਿੱਚ ਦੋਨੋਂ ਕੋਰਸਪੋਂਡਿੰਗ ਜਾਂ ਸੰਗਤ ਚੀਜ਼ਾਂ ਅਸੀਂ ਲੈਣੀਆਂ ਹੁੰਦੀਆਂ ਨੇ। ਇਸ ਤੋਂ ਬਾਅਦ ਬੇਟਾ ਆਪਣੇ ਕੋਲ ਸੀ ਫਾਰਮੂਲਾ ਫॉर ਏਰੀਆ ਆਫ ਅ ਟ੍ਰਾਇੰਗਲ। ਤ੍ਰਿਭੁਜ ਦਾ ਖੇਤਰਫਲ ਅਸੀਂ ਆਪਾਂ ਐਕਟੀਵਿਟੀ ਨਾਲ ਦੇਖਿਆ ਸੀ। ਏਰੀਆ ਆਫ ਟ੍ਰਾਇੰਗਲ ਦਾ ਫਾਰਮੂਲਾ ਬੇਟਾ ਕੀ ਹੁੰਦਾ ਹੈ 1/2 ਬੇਸ ਮਲਟੀਪਲਾਈ ਹਾਈਟ। ਠੀਕ ਹੈ ਜੀ, 1/2 ਪੰਜਾਬੀ ਚ ਜੇ ਆਪਾਂ ਲਿਖਣਾ ਹੁੰਦਾ ਹੈ 1/2 ਗੁਣਾ ਆਧਾਰ ਗੁਣਾ ਸ਼ਿਖਰ ਲੰਬ। ਹੁਣ ਇਹਦੇ ਵਿੱਚ ਵੀ ਬੇਟਾ ਬੜਾ ਇੰਪੋਰਟੈਂਟ ਹੈ ਕਿ ਆਪਾਂ ਦੇਖੋ ਜਿਵੇਂ ਆਪਣੇ ਕੋਲ ਤ੍ਰਿਭੁਜ ਹੈ, ਤ੍ਰਿਭੁਜ ਦੇ ਉੱਪਰ ਬੇਟਾ ਮੰਨ ਲਓ ਆਪਾਂ ਤ੍ਰਿਭੁਜ ਲੈ ਲੈਂਦੇ ਆ ABC। ਦੇਖੋ ਬੇਸ ਹੈ ਤੇ ਤ੍ਰਿਭੁਜ ਦਾ ਕੀ ਹੈ ਹਾਈਟ ਹੈ। ਦੇਖੋ ਧਿਆਨ ਨਾਲ ਜੇਕਰ ਆਪਾਂ ਇਸ ਨੂੰ ਫਾਰਮੂਲੇ ਨੂੰ ਆਪਾਂ ਇਸੇ ਪਾਰਟਿਕੂਲਰ ਫਿਗਰ ਤੇ ਆਪਾਂ ਲਿਖਣਾ ਹੋਵੇ ਤਾਂ ਬੇਸ ਤੁਹਾਡੇ ਕੋਲ ਕੀ ਹੈ BC ਤੇ ਇਹਦੇ ਤੇ ਹਾਈਟ ਕਿਹੜੀ ਹੋਏਗੀ ਬੇਟੇ, ਮੰਨ ਲਓ ਆਪਾਂ ਇਹਦਾ ਨਾਮ ਰੱਖ ਲੈਨੇ ਹਾਂ AD। ਤਾਂ ਇਹ ਆਪਣੇ ਕੋਲ ਸਿੰਪਲ ਫਾਰਮੂਲਾ ਹੈ। ਹੁਣ ਜੇ ਆਪਾਂ ਮੰਨ ਲਓ ਮੈਂ ਬੇਸ BC ਨਾ ਲੈ ਕੇ ਮੈਂ ਬੇਸ ਲੈ ਲੈਣੀ ਆ AB ਕਿ ਮੈਂ ਤਾਂ ਆਧਾਰ ਮੈਂ ਤ੍ਰਿਭੁਜ ਦਾ AB ਰੱਖਣਾ ਹੈ, ਤਾਂ ਬੇਟਾ ਫਿਰ ਕੀ ਹਾਈਟ ਮੇਰੀ AD ਚੱਲੇਗੀ? ਨਹੀਂ। ਫਿਰ ਆਪਾਂ ਨੂੰ ਹਾਈਟ ਪਰਪੈਂਡੀਕੂਲਰ ਕਿਹੜਾ ਲੈਣਾ ਪਏਗਾ? ਜਦੋਂ ਤੁਸੀਂ C ਤੋਂ ਇਹਦੇ ਤੇ ਲੰਬ ਖਿੱਚੋਗੇ, ਫਿਰ ਤੁਸੀਂ ਬਿੰਦੂ C ਤੋਂ ਇਹਦੇ ਤੇ ਲੰਬ ਖਿੱਚੋਗੇ, ਫਿਰ ਇਹ ਵਾਲੀ ਜਿਹੜੀ ਹਾਈਟ ਹੈ ਮੰਨ ਲਓ ਆਪਾਂ ਇਹਦਾ ਨਾਮ CF ਰੱਖ ਲੈਂਦੇ ਹਾਂ, ਤਾਂ ਫਿਰ ਸਾਡੇ ਕੋਲ ਫਾਰਮੂਲਾ ਕੀ ਬਣੇਗਾ 1/2 ਗੁਣਾ ਆਧਾਰ ਅਸੀਂ AB ਲਵਾਂਗੇ ਬੇਟੇ ਔਰ ਅਸੀਂ ਲੰਬ ਫਿਰ ਕੀ ਲਵਾਂਗੇ CF। ਤਾਂ ਇਹ ਚੀਜ਼ਾਂ ਦਾ ਬੇਟਾ ਆਪਾਂ ਬਹੁਤ ਅੱਛੀ ਤਰ੍ਹਾਂ ਨਾਲ ਆਪਣੇ ਆਉਣ ਵਾਲੇ ਕੁਐਸਚਨਸ 'ਚ ਵੀ ਆਪਾਂ ਇਹਨਾਂ ਦਾ ਧਿਆਨ ਰੱਖਾਂਗੇ। ਨੈਕਸਟ ਹੈ ਹੁਣ ਬੇਟੇ ਅਸੀਂ ਇੱਕ ਕੁਐਸਚਨ ਹੈ ਜਿਹੜੇ ਆਪਾਂ ਉਹ ਇਸ ਤੇ ਬੇਸ ਅਸੀਂ ਕਰਾਂਗੇ। ਇੱਕ ਆਇਤ ਦਾ ਪਰਿਮਾਪ 130 ਸੈਂਟੀਮੀਟਰ ਹੈ। ਜੇ ਆਇਤ ਦੀ ਲੰਬਾਈ 30 ਸੈਂਟੀਮੀਟਰ ਹੋਵੇ ਤਾਂ ਆਇਤ ਦੀ ਚੌੜਾਈ ਪਤਾ ਕਰੋ। ਦੇਖੋ ਬੇਟੇ ਕੁਐਸਚਨ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਟੇਟਮੈਂਟ ਪੜ੍ਹਨੀ ਹੈ ਸਭ ਤੋਂ ਪਹਿਲਾਂ ਆਪਾਂ ਅੰਡਰਲਾਈਨ ਕਰਨਾ ਹੁੰਦਾ ਹੈ ਕਿ ਸਾਨੂੰ ਕੀ ਗਿਵਨ ਹੈ, ਉਸ ਨੂੰ ਜ਼ਰੂਰ ਅੰਡਰਲਾਈਨ ਕਰੋ। ਤਾਂ ਸਭ ਤੋਂ ਪਹਿਲਾਂ ਆਇਤ ਦਾ ਪਰਿਮਾਪ ਗਿਵਨ ਹੈ, ਉਸ ਤੋਂ ਬਾਅਦ ਸਾਨੂੰ ਆਇਤ ਦੀ ਲੰਬਾਈ ਗਿਵਨ ਹੈ ਤੇ ਅਸੀਂ ਪਤਾ ਕੀ ਕਰਨਾ ਹੈ ਆਇਤ ਦੀ ਚੌੜਾਈ। ਇਹ ਤਿੰਨ ਚੀਜ਼ਾਂ ਇੰਪੋਰਟੈਂਟ ਨੇ, ਉਹਨਾਂ ਨੂੰ ਆਪਾਂ ਬੇਟੇ ਸੋਲੂਸ਼ਨ 'ਚ ਆਪਾਂ ਦੇਖੋ ਕਿਵੇਂ ਲਿਖਾਂਗੇ। ਸਭ ਤੋਂ ਪਹਿਲਾਂ ਬੇਟੇ ਅਸੀਂ ਲਿਖ ਰਹੇ ਹਾਂ ਆਇਤ ਦਾ ਪਰਿਮਾਪ। ਆਇਤ ਦਾ ਪਰਿਮਾਪ ਬੇਟੇ ਕਿੰਨਾ ਹੈ 130 ਸੈਂਟੀਮੀਟਰ। ਹੁਣ ਗੱਲ ਕਾਦੀ ਹੋ ਰਹੀ ਹੈ ਆਇਤ ਦੀ, ਤੇ ਆਪਾਂ ਕੀ ਕਿਹਾ ਸੀ ਕਿ ਸਭ ਤੋਂ ਪਹਿਲਾਂ ਅਸੀਂ ਕੀ ਡਰਾ ਕਰਨਾ ਹੈ ਫਿਗਰ। ਅਸੀਂ ਆਇਤ ਦਾ ਫਿਗਰ ਡਰਾ ਕਰ ਲਿਆ ABCD, ਉਸਦਾ ਜੇ ਨਾਮ ਵੀ ਤੁਸੀਂ ਫਿਗਰ ਦਾ, ਫਿਗਰ ਹਮੇਸ਼ਾ ਬੇਟੇ ਚਾਰੇ ਜਿਹੜੇ ਇਹਦੇ ਹੈ ਸ਼ਿਖਰਾਂ ਤੋਂ ਬੰਦ ਹੋਣੀ ਚਾਹੀਦੀ ਹੈ। ਹੁਣ ਆਇਤ ਦੀ ਲੰਬਾਈ ਕਿੰਨੀ ਹੈ? ਆਇਤ ਦੀ ਲੰਬਾਈ ਆਪਾਂ ਨੂੰ ਦਿੱਤੀ ਹੋਈ ਹੈ 30 ਸੈਂਟੀਮੀਟਰ। 30 ਸੈਂਟੀਮੀਟਰ ਆਪਾਂ ਇੱਥੇ ਲਿਖ ਲਿਆ। ਜੇ AB 30 ਸੈਂਟੀਮੀਟਰ ਹੈ ਤਾਂ ਬੇਟਾ ਇਹ ਵੀ ਕਿੰਨਾ ਹੋਏਗਾ 30 ਸੈਂਟੀਮੀਟਰ। ਹੁਣ ਅਸੀਂ ਇਹਦੀ ਕੀ ਪਤਾ ਕਰਨੀ ਹੈ ਚੌੜਾਈ, ਆਇਤ ਦੀ ਚੌੜਾਈ। ਹੁਣ ਤੁਹਾਡੀ ਮਰਜ਼ੀ ਹੈ, ਕਈ ਬੱਚੇ ਇਸ ਨੂੰ ਮੰਨ ਲਓ X ਲਿਖ ਕੇ ਵੀ ਕਰ ਲੈਂਦੇ ਹਨ। ਜੇ ਉਵੇਂ ਨਹੀਂ ਲਿਖਣਾ ਤਾਂ ਆਪਾਂ ਸਿੰਪਲ ਫਾਰਮੂਲੇ ਤੋਂ ਵੀ ਸ਼ੁਰੂ ਕਰ ਸਕਦੇ ਹਾਂ ਬੇਟੇ। ਆਇਤ ਦਾ ਪਰਿਮਾਪ, ਆਇਤ ਦਾ ਪਰਿਮਾਪ ਦਾ ਕੀ ਸੂਤਰ ਹੁੰਦਾ ਹੈ ਆਪਾਂ ਹੁਣੇ ਸਿੱਖਿਆ ਸੀ 2 ਬ੍ਰੈਕਟ ਦੇ ਵਿੱਚ L + B। L ਬੇਟਾ ਕੀ ਹੈ ਲੰਬਾਈ, B ਕੀ ਹੁੰਦੀ ਹੈ ਚੌੜਾਈ। ਤਾਂ ਆਪਣੇ ਕੋਲ ਇਸ ਦਾ ਮਤਲਬ 2L + B this is equal to 130। ਠੀਕ ਹੈ ਬੱਚੋ, ਇੱਥੋਂ ਹੁਣ ਅਸੀਂ ਵੈਲਿਊ ਬੇਟੇ ਭਰ ਦੇਣੀ ਹੈ 2, L ਲੰਬਾਈ ਕਿੰਨੀ ਹੈ 30 + B is equal to 130। ਦੇਖੋ ਬੇਟਾ ਮੈਥਮੈਟਿਕਸ ਦੇ ਵਿੱਚ ਐਵੇਂ ਨਹੀਂ ਹੈ ਕਿ ਆਪਾਂ ਜੇ ਪਰਿਮਾਪ ਦਾ ਆਪਾਂ ਪਰਿਮਾਪ ਤੇ ਖੇਤਰਫਲ ਦਾ ਕਰ ਰਹੇ ਹਾਂ ਤਾਂ ਇਹਦੇ ਵਿੱਚ ਵੀ ਬੇਟਾ ਐਲਜੈਬਰਾ ਵੀ ਯੂਜ਼ ਹੋਣਾ ਹੈ
ਉਸ ਤੋਂ ਬਾਅਦ ਅਸੀਂ ਸਰਲ ਸਮੀਕਰਨ ਕਰਕੇ ਹਟੇ ਹਾਂ, ਤੁਸੀਂ 7th ਦੇ ਵਿੱਚ ਕਰਕੇ ਹਟੇ ਬੜੇ ਅੱਛੇ ਡਿਟੇਲ ਨਾਲ। ਹੁਣ ਅੱਗੇ ਕੀ ਬਣ ਗਈ ਸਾਡੇ ਕੋਲ? ਸਰਲ ਸਮੀਕਰਨ ਬਣ ਗਈ। ਇਹਦਾ ਮਤਲਬ ਤੁਹਾਨੂੰ ਸਰਲ ਸਮੀਕਰਨ ਵੀ ਆਣੇ ਚਾਹੀਦੇ ਆ ਜੇ ਤੁਸੀਂ ਇਹ ਸਵਾਲ ਨੂੰ ਪੂਰਾ ਅੱਛੀ ਤਰ੍ਹਾਂ ਕਰਨਾ। ਤਾਂ ਬੇਟੇ ਆਪਾਂ 2 ਬਾਰ ਹੈ ਇਸ ਨਾਲ ਗੁਣਾ, ਠੀਕ ਹੈ, ਤੇ ਆਪਾਂ ਨੂੰ ਪਤਾ ਹੈ ਜੇ ਇੱਧਰ ਗੁਣਾ ਹੁੰਦਾ ਬੇਟੇ ਉਧਰ ਜਾ ਕੇ ਕੀ ਬਣ ਜਾਂਦਾ ਹੈ? ਭਾਗ ਬਣ ਜਾਂਦਾ ਹੈ। डिवाइडेड बाय 2 ਤਾਂ ਸਾਡੇ ਕੋਲ ਕਿੰਨਾ ਆ ਗਿਆ? 30 plus b is equal to 65। ਠੀਕ ਹੈ ਬੱਚਿਓ, ਹੁਣ ਇੱਥੋਂ ਅਸੀਂ ਅੱਗੇ ਬੇਟੇ b ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। 65 minus 30 ਤਾਂ ਕਿੰਨਾ ਆ ਗਿਆ ਬੇਟੇ ਸਾਡੇ ਕੋਲ? 35 ਸੈਂਟੀਮੀਟਰ। यानी ਇਹਦੀ ਲੰਬਾਈ ਜਿਹੜੀ ਚੌੜਾਈ ਹੈ ਬੇਟੇ ਆਇਤ ਦੀ ਕਿੰਨੀ ਬਣ ਗਈ? 35 ਸੈਂਟੀਮੀਟਰ। ਹੁਣ ਬੇਟੇ ਇੱਕ ਬੜੀ ਇੰਟਰਸਟਿੰਗ ਚੀਜ਼ ਇਹ ਹੈ ਕਿ ਆਪਾਂ ਸਵਾਲ ਕੱਢਤਾ। ਹੁਣ ਮੰਨ ਲਓ ਮੈਂ ਚੈੱਕ ਕਰਨਾ ਚਾਹਨੀ ਹਾਂ ਵੀ ਮੇਰਾ ਆਨਸਰ ਠੀਕ ਹੈ ਕਿ ਨਹੀਂ, ਤਾਂ ਇਹਨਾਂ ਸਵਾਲਾਂ 'ਚ ਬੜੇ ਬਹੁਤ ਇੱਕ ਅੱਛੀ ਚੀਜ਼ ਹੈ, ਤੁਸੀਂ ਨਾਲ ਦੀ ਨਾਲ ਆਪਣਾ ਆਨਸਰ ਰੀਚੈਕ ਕਰ ਸਕਦੇ ਹੋ ਵੀ ਠੀਕ ਹੈ ਕਿ ਨਹੀਂ ਆਨਸਰ। ਦੇਖੋ ਬੇਟਾ ਆਪਣੇ ਕੋਲ ਇਹਦੀ ਚੌੜਾਈ 35 ਆਈ ਬੇਟੇ, ਤਾਂ ਤੁਸੀਂ ਹੁਣ ਇਹਦਾ ਪੈਰੀਮੀਟਰ ਕੱਢ ਕੇ ਦੇਖ ਲਵੋ, ਇਹਦਾ ਘੇਰਾ ਕੱਢ ਕੇ ਦੇਖ ਲਓ ਵੀ ਕੀ 130 ਸੈਂਟੀਮੀਟਰ ਆਂਦਾ ਜਿਹੜਾ ਆਪਾਂ ਨੂੰ ਗਿਵਨ ਸੀ। ਦੇਖੋ 30 ਤੇ ਸਿੰਪਲ ਕਰੋ, 30 ਤੇ 35 ਬੇਟੇ ਕਿੰਨਾ ਹੋ ਗਿਆ? 65 ਤੇ ਅਸੀਂ ਇਹਨੂੰ 2 ਨਾਲ ਗੁਣਾ ਕਰ ਲੈਣੀ ਹੈ ਬੇਟਾ 130। ਇਹਦਾ ਮਤਲਬ ਕੀ ਹੈ ਕਿ ਮੈਂ ਆਪਣਾ ਕੁਐਸਚਨ ਚੈੱਕ ਵੀ ਕਰ ਲਿਆ ਕਿ ਮੇਰਾ ਜਿਹੜਾ ਆਨਸਰ ਹੈ ਉਹ ਕੀ ਹੈ, ਬਿਲਕੁਲ ਕਰੈਕਟ ਹੈ। ਉਸੇ ਤਰ੍ਹਾਂ ਬੇਟੇ ਆਪਾਂ ਇੱਕ ਹੋਰ ਬੜਾ ਹੀ ਇੰਟਰਸਟਿੰਗ ਕੁਐਸਚਨ ਕਰਨ ਜਾ ਰਹੇ ਹਾਂ। ਦਿੱਤੀ ਆਇਤ ਜਿਸ ਦੀ ਲੰਬਾਈ 6 ਸੈਂਟੀਮੀਟਰ ਅਤੇ ਚੌੜਾਈ 4 ਸੈਂਟੀਮੀਟਰ ਹੈ, ਸਰਵੰਗ ਸਮ ਬਹੁਭੁਜਾਂ ਤੋਂ ਮਿਲ ਕੇ ਬਣੀ ਹੈ। ਹਰੇਕ ਬਹੁਭੁਜ ਦਾ ਖੇਤਰਫਲ ਪਤਾ ਕਰੋ। ਹੁਣ ਤੁਹਾਡੇ ਦਿਮਾਗ 'ਚ ਜ਼ਰੂਰ ਇੱਕ ਕੁਐਸਚਨ ਆ ਰਿਹਾ ਹੋਣਾ ਵੀ ਆਪਾਂ ਸਰਵੰਗ ਸਮ ਸ਼ਬਦ ਆਪਾਂ ਤਾਂ ਇੱਥੇ ਪੜ੍ਹਿਆ ਹੀ ਨਹੀਂ ਹਜੇ ਤੱਕ ਕਿਤੇ ਵੀ, ਆਪਾਂ ਜਿੱਦਣ ਦਾ ਆਪਾਂ ਸ਼ੁਰੂ ਕੀਤਾ ਹੋਇਆ ਚੈਪਟਰ, ਪਰ ਆਪਾਂ ਯਾਦ ਕਰੋ ਕਿਤੇ ਹੋਰ ਜ਼ਰੂਰ ਪੜ੍ਹਿਆ ਹੋਇਆ ਸਰਵੰਗ ਸਮ। ਹਾਂਜੀ, ਆਪਾਂ ਇੱਕ ਚੈਪਟਰ ਜਦੋਂ ਆਪਾਂ ਤ੍ਰਿਭੁਜਾਂ ਵਾਲਾ ਚੈਪਟਰ ਕੀਤਾ ਹੈ ਉਹਦੇ ਵਿੱਚ ਆਪਾਂ ਸਿੱਖਿਆ ਸੀ ਕਿ ਸਰਵੰਗ ਸਮ ਤ੍ਰਿਭੁਜਾਂ ਕੀ ਹੁੰਦੀਆਂ ਹਨ, ਤੇ ਉਹਦੇ ਤੋਂ ਪਹਿਲਾਂ ਆਪਾਂ ਸਰਵੰਗ ਸਮ ਬਹੁਭੁਜੀਆਂ ਸਰਵੰਗ ਸਮ ਆਕ੍ਰਿਤੀਆਂ ਕੀ ਹੁੰਦੀਆਂ ਹਨ ਉਹ ਵੀ ਬੇਟਾ ਪੜ੍ਹਿਆ ਸੀ। ਆਪਾਂ ਇੱਕ ਵਾਰ ਫੇਰ ਯਾਦ ਕਰਦੇ ਹਾਂ, ਤੁਹਾਨੂੰ ਮੈਂ ਦਿਖਾਉਂਗੀ ਵੀ ਕਿ ਕਿਵੇਂ ਆਪਾਂ ਦੇਖਦੇ ਹਾਂ ਸਰਵੰਗ ਸਮ ਆਕ੍ਰਿਤੀਆਂ ਬਾਰੇ। ਸਰਵੰਗ ਸਮ ਜੋ ਆਕ੍ਰਿਤੀਆਂ ਹੁੰਦੀਆਂ ਨੇ ਉਹ ਕੀ ਹੁੰਦੀਆਂ ਹਨ ਬੇਟੇ? ਜਿਨ੍ਹਾਂ ਦਾ ਆਕਾਰ ਤੇ ਮਾਪ ਬਰਾਬਰ ਹੋਵੇ। ਹੁਣ ਮੇਰੇ ਕੋਲ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ, ਦੇਖੋ ਬੇਟੇ 2 ਕੀ ਪਕੜੇ ਹੋਏ ਹਨ? ਵਰਗ। ਠੀਕ ਹੈ, ਵਰਗ ਦੇਖ ਰਹੇ ਹੋ ਤੁਸੀਂ। ਤਾਂ ਮੈਂ ਹੁਣ ਜੇ ਚੈੱਕ ਕਰਨਾ ਹੈ, ਦੇਖੋ ਇਹਨਾਂ ਦੇ ਆਕਾਰ ਦਾ ਦੋਨਾਂ ਦੇ ਸੇਮ ਨੇ। ਆਕਾਰ ਮਤਲਬ ਇਹ ਵੀ ਵਰਗ ਹੈ ਇਹ ਵੀ ਵਰਗ ਹੈ, ਆਕਾਰ ਤਾਂ ਬਰਾਬਰ ਨੇ, ਪਰ ਕੀ ਮਾਪ ਬਰਾਬਰ ਨੇ? ਹੁਣ ਮੇਰੇ ਕੋਲ ਮਾਪ ਵਾਸਤੇ ਮੇਰੇ ਕੋਲ ਸਕੇਲ ਤਾਂ ਹੈ ਨਹੀਂ, ਮੈਂ ਕਿਵੇਂ ਦੇਖ ਸਕਦੀ ਹਾਂ? ਮੈਂ ਇਹਨੂੰ ਇਹਦੇ ਉੱਪਰ ਰੱਖ ਕੇ ਦੇਖ ਰਹੀ ਹਾਂ। ਦੇਖੋ ਜੇਕਰ ਇੱਕ ਵਰਗ ਦੂਸਰੇ ਨੂੰ ਪੂਰਾ ਢੱਕ ਰਿਹਾ ਹੈ ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜੇ ਦੋਵੇਂ ਵਰਗ ਮੇਰੇ ਕੋਲ ਸੀ ਇਹ ਦੋਨੇ ਆਪਸ 'ਚ ਕੀ ਨੇ? ਸਰਵੰਗ ਸਮ। ਉਸੇ ਤਰ੍ਹਾਂ ਵਰਗ, ਹੁਣ ਵਰਗ 4 ਭੁਜਾਵਾਂ ਵਾਲਾ ਹੈ, ਠੀਕ ਹੈ। ਉਸੇ ਤਰ੍ਹਾਂ ਤ੍ਰਿਭੁਜ ਹੋ ਸਕਦਾ ਹੈ ਮੇਰੇ ਕੋਲ ਸਰਵੰਗ ਸਮ ਜੇ ਇੱਕ ਦੂਜੇ ਨੂੰ ਪੂਰਾ ਢੱਕ ਲਵੇਗਾ। ਤਾਂ ਇਸ ਤਰ੍ਹਾਂ ਜਿੰਨੀਆਂ ਮਰਜ਼ੀ ਅਸੀਂ ਉਹਨੂੰ ਬਹੁਭੁਜ ਕਹਿ ਦਿੰਨੇ ਆ ਬੇਟਾ, 4 ਭੁਜਾਵਾਂ ਵਾਲਾ, ਠੀਕ ਹੈ, 3 ਭੁਜਾਵਾਂ ਵਾਲਾ ਤ੍ਰਿਭੁਜ, ਉਵੇਂ 5 ਭੁਜ ਹੋ ਸਕਦਾ ਹੈ, 6 ਭੁਜ ਹੋ ਸਕਦਾ ਹੈ। ਤਾਂ ਅਸੀਂ ਜੇ ਉਹਨੂੰ ਇੱਕ ਆਮ ਜੋ ਉਹਨੂੰ ਜਨਰਲਾਈਜ਼ ਕਰਨਾ ਹੋਵੇ ਤਾਂ ਅਸੀਂ ਕਹਿ ਦਿੰਦੇ ਆ ਸਰਵੰਗ ਸਮ ਬਹੁਭੁਜਾਂ ਕਦੋਂ? ਸਰਵੰਗ ਸਮ ਕਦੋਂ ਹੁੰਦੀਆਂ 2 ਬਹੁਭੁਜਾਂ? ਜੇਕਰ ਇੱਕ ਦੂਜੇ ਨੂੰ ਪੂਰਾ ਢੱਕ ਲੈਂਦੀਆਂ ਹਨ, ਭਾਵ ਉਹਨਾਂ ਦੇ ਮਾਪ ਤੇ ਆਕਾਰ ਕੀ ਹੁੰਦੇ ਹਨ? ਬਰਾਬਰ। ਹੁਣ ਇੱਕ ਬੜੀ ਇੰਟਰਸਟਿੰਗ ਗੱਲ ਹੋਰ ਦੇਖੋ ਕਿ ਜੇ ਆਪਣੇ ਕੋਲ ਸਰਵੰਗ ਸਮ ਨੇ ਤਾਂ ਅਸੀਂ ਇਹਨਾਂ ਦੇ ਖੇਤਰਫਲਾਂ ਬਾਰੇ ਕੁਝ ਕਹਿ ਸਕਦੇ ਹਾਂ। ਦੇਖੋ ਖੇਤਰਫਲਾਂ, ਇਹਦੇ ਪਿੱਛੇ ਬੇਟੇ ਦੇਖੋ ਮੈਂ ਇੱਕ ਗ੍ਰਾਫ ਪੇਪਰ ਲਗਾਇਆ ਹੋਇਆ ਹੈ। ਤਾਂ ਜੇ ਤੁਸੀਂ ਇਹਦਾ ਖੇਤਰਫਲ ਪਤਾ ਕਰਨਾ ਹੋਵੇ ਤਾਂ ਅਸੀਂ ਦੇਖ ਸਕਦੇ ਹਾਂ 1 2 3 ਤੁਹਾਨੂੰ ਇੱਥੇ 9 ਖਾਨੇ ਦਿਖ ਰਹੇ ਆ। ਇਹਦਾ ਮਤਲਬ ਇਹਦਾ ਖੇਤਰਫਲ ਕਿੰਨਾ ਹੈ? 9 ਵਰਗ ਇਕਾਈਆਂ। ਤੇ ਇਹਦਾ ਖੇਤਰਫਲ ਵੀ ਦੇਖੋ ਧਿਆਨ ਨਾਲ, ਇਹਦੇ ਪਿੱਛੇ ਵੀ ਬਿਲਕੁਲ ਸੇਮ ਉਹੀ 9 ਖਾਨੇ, ਇਹਦੇ 9 ਵਰਗ ਬਣੇ ਹੋਏ ਹਨ। ਤਾਂ ਇਹਦਾ ਮਤਲਬ ਇਹਦਾ ਖੇਤਰਫਲ ਵੀ ਕਿੰਨਾ ਹੈ? 9 ਵਰਗ ਇਕਾਈਆਂ। ਯਾਨੀ ਅਸੀਂ ਇੱਕ ਨਵਾਂ ਰਿਜ਼ਲਟ ਹੈ ਜੋ ਕਿ ਅਸੀਂ ਯਾਦ ਵੀ ਰੱਖਣਾ, ਅਸੀਂ ਯੂਜ਼ ਵੀ ਕਰਾਂਗੇ ਕਿ ਜਦੋਂ ਵੀ ਕੋਈ 2 ਸਰਵੰਗ ਸਮ ਸਾਡੇ ਕੋਲ ਬਹੁਭੁਜ ਨੇ ਤਾਂ ਉਹਨਾਂ ਦਾ ਜਿਹੜਾ ਖੇਤਰਫਲ ਬੇਟੇ ਕੀ ਹੁੰਦਾ ਹੈ? ਬਰਾਬਰ ਹੁੰਦਾ ਹੈ। ਉਹ ਕਨਸੈਪਟ ਅਸੀਂ ਬੇਟੇ ਹੁਣ ਆਪਣੇ ਕੁਐਸਚਨ 'ਚ ਯੂਜ਼ ਕਰਦੇ ਹਾਂ। ਚਲੋ ਆਪਾਂ ਹੁਣ ਆਪਣੇ ਕੁਐਸਚਨ ਨੂੰ ਕਰਦੇ ਹਾਂ ਇਸੇ ਕਨਸੈਪਟ ਨੂੰ ਦੇਖਦੇ ਹੋਏ। ਦਿੱਤੀ ਆਇਤ ਜਿਸ ਦੀ ਲੰਬਾਈ, ਦੇਖੋ ਬੇਟਾ ਬਾਹਰ ਤੁਹਾਨੂੰ ਇੱਕ ਆਇਤ ਦਿੱਤੀ ਹੋਈ ਹੈ, ਤੁਸੀਂ ਦੇਖ ਰਹੇ ਹੋ। ਇਹ ਦੇਖੋ ਮੈਂ ਇਹਦਾ ਨਾਮ ਰੱਖ ਲੈਣੀ ਹੈ ABCD। ਇਸ ਦੀ ਲੰਬਾਈ ਬੇਟਾ ਕਿੰਨੀ ਹੈ? 6 ਸੈਂਟੀਮੀਟਰ। ਚੌੜਾਈ ਕਿੰਨੀ ਹੈ? 4 ਸੈਂਟੀਮੀਟਰ।
ਤਾਂ ਇਹ ਸਰਵੰਗ ਸਮ ਬਹੁਭੁਜਾਂ ਕਿੰਨੇ ਸਰਵੰਗ ਸਮ ਬਹੁਭੁਜਾਂ ਤੋਂ ਮਿਲ ਕੇ ਬਣੀ ਹੈ? ਦੇਖੋ ਬੇਟਾ 1 2 3 4 5 ਤੇ 6। ਠੀਕ ਹੈ ਬੇਟੇ, ਬਹੁਭੁਜ ਕਿਹੜੇ ਨੇ ਤੁਸੀਂ ਦੇਖ ਰਹੇ ਹੋ? ਵਰਗ ਹੈ। 6 ਵਰਗਾਂ ਤੋਂ ਮਿਲ ਕੇ ਬੇਟੇ ਕੀ ਬਣੀ ਹੋਈ ਹੈ? ਇੱਕ ਆਇਤ ਬਣੀ ਹੋਈ ਹੈ। ਹਰੇਕ ਬਹੁਭੁਜ ਦਾ ਖੇਤਰਫਲ ਪਤਾ ਕਰੋ। ਹੁਣ ਦੇਖੋ ਦੋ ਤਰੀਕੇ ਹੈ ਬੇਟੇ ਸਵਾਲ ਨੂੰ ਕਰਨ ਦੇ। ਇੱਕ ਤਾਂ ਕੀ ਹੈ ਕਿ ਪਹਿਲਾਂ ਆਪਾਂ ਆਇਤ ਦਾ ਖੇਤਰਫਲ ਕੱਢ ਲੈਂਦੇ ਹਾਂ। ਦੇਖੋ ਬੇਟੇ ਆਇਤ ਦਾ ਖੇਤਰਫਲ ਫਾਰਮੂਲਾ ਤੁਹਾਨੂੰ ਯਾਦ ਹੈ, ਲੈਂਥ ਮਲਟੀਪਲਾਈ ਬ੍ਰੈਡਥ L into B। ਤਾਂ ਆਪਣੇ ਕੋਲ ਬੇਟੇ ਲੰਬਾਈ ਇਸ ਦੀ ਕਿੰਨੀ ਹੈ? 6 ਤੇ ਚੌੜਾਈ ਕਿੰਨੀ ਹੈ? 4। 24 ਵਰਗ ਸੈਂਟੀਮੀਟਰ ਜਾਂ ਸੈਂਟੀਮੀਟਰ ਸਕੁਅਰ। ਬੇਟਾ ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਜਿਹੜੇ ਯੂਨਿਟ ਹੈ ਇਹ ਧਿਆਨ ਨਾਲ ਲਿਖਨੇ ਆ। ਅਸੀਂ ਦੇਖਦੇ ਆ ਜਦ ਪੇਪਰ ਚੈੱਕ ਕਰਦੇ ਆ, ਬੱਚੇ ਕਹਿੰਦੇ ਇਸ ਦਾ ਸਵਾਲ ਬਿਲਕੁਲ ਠੀਕ ਕੀਤਾ ਸੀ ਮੈਮ, ਸਾਡੇ ਨੰਬਰ ਕਿਵੇਂ ਕੱਟ ਗਏ? ਕਿਉਂਕਿ ਆਪਾਂ ਇੱਥੇ ਇਕਾਈਆਂ ਨਹੀਂ ਲਿਖਦੇ ਬੇਟੇ। ਇਹ ਬਹੁਤ ਇੰਪੋਰਟੈਂਟ ਹੈ। ਜਦੋਂ ਤੁਸੀਂ ਏਰੀਆ ਲਿਖਣਾ ਹੈ ਤਾਂ ਅਸੀਂ ਨਾਲ ਜੋ ਵੀ ਦਿੱਤਾ ਹੋਇਆ, ਜੇ ਸੈਂਟੀਮੀਟਰ 'ਚ ਭੁਜਾਵਾਂ ਦਿੱਤੀਆਂ ਤਾਂ ਅਸੀਂ ਸੈਂਟੀਮੀਟਰ ਦਾ ਸਕੁਅਰ, ਜੇ ਮੀਟਰ 'ਚ ਦਿੱਤੀਆਂ ਤਾਂ ਮੀਟਰ ਦਾ ਸਕੁਅਰ। ਠੀਕ ਹੈ ਬੇਟੇ, ਤਾਂ ਅਸੀਂ ਆਇਤ ਦਾ ਖੇਤਰਫਲ ਕੱਢ ਲਿਆ। ਹੁਣ ਦੇਖੋ ਬੇਟੇ ਇਹਦੇ ਵਿੱਚ ਕਿੰਨੇ ਬਹੁਭੁਜ ਨੇ? ਬਹੁਭੁਜਾਂ ਦੀ ਸੰਖਿਆ ਕਿੰਨੀ ਹੈ ਬੇਟੇ? ਇਹਦੇ ਵਿੱਚ ਆਪਾਂ ਗਿਣ ਚੁੱਕੇ ਹਾਂ ਪਹਿਲਾਂ ਹੀ, ਕਿੰਨੀ ਹੈ? 6। ਠੀਕ ਹੈ, ਤੇ ਇਹਦਾ ਮਤਲਬ ਹੁਣ ਇਹ ਬਹੁਭੁਜ ਕੀ ਨੇ? ਸਰਵੰਗ ਸਮ। ਹੁਣ ਅਸੀਂ ਇੱਥੇ ਆਪਾਂ ਨੂੰ ਇੱਥੇ ਲਿਖਣਾ ਬਣਦਾ ਹੈ। ਅਸੀਂ ਜਾਣਦੇ ਹਾਂ ਕਿ ਜਿਹੜੇ ਸਰਵੰਗ ਸਮ ਬਹੁਭੁਜਾਂ ਦੇ ਕੀ ਬਰਾਬਰ ਹੁੰਦੇ ਹਨ? ਮੈਂ ਤੁਹਾਨੂੰ ਹੁਣੇ ਦਿਖਾਇਆ ਸੀ, ਖੇਤਰਫਲ ਕੀ ਹੁੰਦੇ ਹਨ? ਬਰਾਬਰ ਹੁੰਦੇ ਹਨ। ਅੱਛਾ, ਇੱਕ ਕੁਐਸਚਨ ਹੋਰ ਹੈ ਤੁਹਾਡੇ ਲਈ। ਤੁਸੀਂ ਇਹ ਪਤਾ ਕਰਨਾ ਕਿ ਕੀ ਇਹਦੇ ਪੈਰੀਮੀਟਰ ਵੀ ਬਰਾਬਰ ਹੁੰਦੇ ਹਨ ਸਰਵੰਗ ਸਮ ਦੇ? ਇਹ ਤੁਹਾਡੇ ਲਈ ਕੁਐਸਚਨ ਹੈ। ਠੀਕ ਹੈ, ਅਸੀਂ ਜਾਣਦੇ ਹਾਂ ਕਿ ਸਰਵੰਗ ਸਮ ਬਹੁਭੁਜਾਂ ਦੇ ਖੇਤਰਫਲ ਬਰਾਬਰ ਹੁੰਦੇ ਹਨ। ਤੇ ਹੁਣ ਆਪਣੇ ਕੋਲ ਇਹਦਾ ਮਤਲਬ ਬੇਟੇ ਕਿੰਨੇ ਨੇ? 6। ਮੰਨ ਲਓ ਇੱਕ ਦਾ ਖੇਤਰਫਲ ਆਪਾਂ A ਮੰਨ ਲੈਂਦੇ ਹਾਂ, ਤਾਂ 6 ਗੁਣਾ A ਬਰਾਬਰ ਕਿੰਨਾ ਬੇਟੇ? 24 ਸੈਂਟੀਮੀਟਰ ਸਕੁਅਰ। ਤਾਂ ਇੱਕ ਬਹੁਭੁਜ ਦਾ ਏਰੀਆ ਬੇਟੇ ਕਿੰਨਾ ਆ ਗਿਆ? 4 ਸੈਂਟੀਮੀਟਰ ਸਕੁਅਰ। ਦੇਖੋ ਧਿਆਨ ਨਾਲ, ਇਹ ਇਹਦਾ ਮਤਲਬ ਇੱਕ ਦਾ ਜਿਹੜਾ ਇੱਕ ਵਰਗ ਦਾ ਖੇਤਰਫਲ ਬੇਟੇ ਸਾਡੇ ਕੋਲ ਕਿੰਨਾ ਆ ਜਾਏਗਾ? 4 ਸੈਂਟੀਮੀਟਰ ਸਕੁਅਰ। ਤਾਂ ਜਦੋਂ 6 ਦਾ ਜੋੜਾਂਗੇ ਪੂਰੀ ਆਇਤ ਬਣ ਜਾਏਗੀ, ਕਿੰਨਾ ਆ ਜਾਏਗਾ? 24 ਸੈਂਟੀਮੀਟਰ ਸਕੁਅਰ। ਦੂਸਰਾ ਇਹਦਾ ਵੇ ਆਊਟ ਕੀ ਹੋ ਸਕਦਾ ਸੀ ਕੁਐਸਚਨ ਨੂੰ ਕਰਨ ਦਾ? ਕਿ ਉਹਨੇ ਕਿਹਾ ਸਰਵੰਗ ਸਮ ਨੇ, ਤਾਂ ਅਸੀਂ ਆਇਤ ਨੂੰ ਵੰਡ ਸਕਦੇ ਸੀ। ਆਇਤ ਦੀ ਲੰਬਾਈ ਜਿਵੇਂ 6 ਸੀ, ਤਾਂ ਇਹਦਾ ਮਤਲਬ ਜਦੋਂ 3 ਸਰਵੰਗ ਸਮ ਹੈ, ਇਹਦਾ ਮਤਲਬ ਤਿੰਨਾਂ ਦੀ ਬਰਾਬਰ ਹੈ, ਤਾਂ 2-2 ਹੋ ਗਈ ਬੇਟੇ। ਦੂਸਰਾ ਮੈਥਡ ਇਹ ਸੀ। ਉਵੇਂ ਇੱਧਰ ਬੇਟਾ 4 ਸੀ ਤਾਂ 2-2। ਤਾਂ ਦੂਜਾ ਤਰੀਕਾ ਕੀ ਸੀ? ਅਸੀਂ ਇੱਕ ਦਾ ਕਰਦੇ ਫਾਈਂਡ ਆਊਟ, ਉਹਨੂੰ 6 ਨਾਲ ਗੁਣਾ ਕਰ ਲਿਆ। ਤਾਂ ਇਹ ਤੁਸੀਂ ਜਿਵੇਂ ਵੀ ਇਸ ਕੁਐਸਚਨ ਨੂੰ ਤੁਸੀਂ ਕਰ ਸਕਦੇ ਹੋ। ਨੈਕਸਟ ਇੱਕ ਕੁਐਸਚਨ ਬਿਲਕੁਲ ਇਹਦੇ ਨਾਲ ਦਾ ਹੀ ਹੈ। ਦਿੱਤੀ ਆਇਤ ਜਿਸ ਦੀ ਲੰਬਾਈ 6 ਸੈਂਟੀਮੀਟਰ ਅਤੇ ਚੌੜਾਈ 4 ਸੈਂਟੀਮੀਟਰ ਹੈ, ਸਰਵੰਗ ਸਮ ਬਹੁਭੁਜਾਂ ਤੋਂ ਮਿਲ ਕੇ ਬਣੀ ਹੈ। ਹਰੇਕ ਬਹੁਭੁਜ ਦਾ ਖੇਤਰਫਲ ਉਹਦੇ ਨਾਲ ਦਾ ਹੀ ਬੇਟੇ ਲਗਭਗ ਕੁਐਸਚਨ ਹੈ। ਹੁਣ ਤੁਸੀਂ ਦੇਖੋ ਇਹਦੇ ਜਿਹੜੀ ਆਇਤ ਦੀ ਬੇਟਾ 6 ਗੁਣਾ 4 ਹੀ ਹੈ, ਤੇ ਇਹਦੇ ਬੇਟੇ ਕਿੰਨੀਆਂ ਸਰਵੰਗ ਸਮ ਇਹਦੇ ਚ ਬਹੁਭੁਜਾਂ ਨੇ? 1 2 3 ਤੇ 4। ਬਿਲਕੁਲ ਉਵੇਂ ਦਾ ਹੀ ਕੁਐਸਚਨ ਹੈ। ਹੁਣ ਆਪਾਂ ਇਹਨੂੰ ਜਲਦੀ ਨਾਲ ਕਰ ਲੈਂਦੇ ਹਾਂ। ਆਇਤ ਦਾ ਖੇਤਰਫਲ ਕਿੰਨਾ ਹੈ? 6 ਗੁਣਾ 4 24 ਸੈਂਟੀਮੀਟਰ ਸਕੁਅਰ। ਠੀਕ ਹੈ ਬੇਟੇ, ਤੇ ਸਰਵੰਗ ਸਮ ਬਹੁਭੁਜਾਂ ਦੀ ਗਿਣਤੀ ਕਿੰਨੀ ਹੈ? ਬਹੁਭੁਜਾਂ ਦੀ ਗਿਣਤੀ ਬੇਟੇ ਕਿੰਨੀ ਹੈ ਇਸ ਦੇ ਵਿੱਚ? 4। ਠੀਕ ਹੈ, ਤਾਂ ਇੱਕ ਸਰਵੰਗ ਸਮ ਬਹੁਭੁਜ ਦਾ ਖੇਤਰਫਲ ਕਿੰਨਾ ਹੋ ਜਾਏਗਾ ਫਿਰ? 24 ਨੂੰ ਬੇਟੇ ਅਸੀਂ 4 ਨਾਲ ਵੰਡ ਦਵਾਂਗੇ, ਕਿੰਨਾ ਆ ਜਾਏਗਾ? 6 ਸੈਂਟੀਮੀਟਰ ਸਕੁਅਰ। ਯਾਨੀ ਹਰੇਕ ਦਾ ਜਿਹੜਾ ਖੇਤਰਫਲ ਹੈ ਬੇਟੇ ਆਪਣੇ ਕੋਲ ਕਿੰਨਾ ਆ ਜਾਏਗਾ? 6 ਸੈਂਟੀਮੀਟਰ ਸਕੁਅਰ। ਇਸੇ ਤਰ੍ਹਾਂ ਦਾ ਬੇਟੇ ਇਹੋ ਜਿਹੇ ਕੁਐਸਚਨ ਜਦੋਂ ਤੁਸੀਂ ਆਪਣੇ NMMS ਜਾਂ ਕਿਸੇ ਕੰਪੀਟੀਸ਼ਨ ਦਾ ਐਗਜ਼ਾਮ ਤੁਸੀਂ ਅਗਲੇ ਕਲਾਸ ਜਾ ਕੇ ਦੋਗੇ, ਉਦੋਂ ਬੜੇ ਹੀ ਇੰਪੋਰਟੈਂਟ ਹੁੰਦੇ ਨੇ। ਹੁਣ ਬੇਟਾ ਇੱਕ ਵਾਰ ਫਿਰ ਮੈਂ ਤੁਹਾਨੂੰ ਕੁਝ ਦਿਖਾਣਾ ਚਾਹੂੰਗੀ ਕਿ ਦਿੱਤੀ ਆਇਤ ਜਿਸ ਦੀ ਲੰਬਾਈ 6 ਸੈਂਟੀਮੀਟਰ ਤੇ 4 ਸੈਂਟੀਮੀਟਰ ਹੈ, ਫਿਰ ਇਹ ਦੋ ਸਰਵੰਗ ਸਮ ਬਹੁਭੁਜਾਂ ਤੋਂ ਮਿਲ ਕੇ ਬਣੀ ਹੈ। ਜੇਕਰ ਤੁਸੀਂ ਦੇਖੋ ਤਾਂ ਮੇਰੇ ਕੋਲ ਦੇਖੋ ਬੇਟੇ ਦੋ ਆਕ੍ਰਿਤੀਆਂ ਨੇ, ਬਹੁਭੁਜ ਨੇ। ਠੀਕ ਹੈ, ਮੈਂ ਇਹਨਾਂ ਨੂੰ ਕੀ ਕਰਦੀ ਹਾਂ ਬੇਟੇ, ਦੇਖੋ ਤੁਹਾਨੂੰ ਮੈਂ ਪਹਿਲਾਂ ਤਾਂ ਇਹ ਦਿਖਾਨੀ ਆ ਕਿ ਮੈਂ ਜਦੋਂ ਇਹਨਾਂ ਨੂੰ ਇੱਕ ਦੂਜੇ ਤੇ ਰੱਖਿਆ ਤਾਂ ਇੱਕ ਦੂਜੇ ਨੂੰ ਪੂਰਾ ਢੱਕ ਰਹੇ ਨੇ। ਦੇਖੋ ਧਿਆਨ ਨਾਲ, ਤੇ ਇਹਦਾ ਮਤਲਬ ਜਦੋਂ ਪੂਰਾ ਢੱਕ ਰਹੇ ਨੇ ਤੇ ਆਪਣੇ ਕੋਲ ਕੀ ਬਣ ਜਾਂਦਾ ਹੈ? ਇਹ ਦੋਨੋਂ ਕੀ ਨੇ? ਆਪਾਂ ਕਵਾਂਗੇ ਸਰਵੰਗ ਸਮ। ਤਾਂ ਅਸੀਂ ਇਸ ਨੂੰ
मैं तुहानूं दिखावांगी कि आपां जे इहनूं इस तरह रखदे हां तां की ये आयत बनदी है। देखो जेकर असीं इसनूं इस तरह नाल रखण दी कोशिश, मैं तुहानूं बाकी स्क्रीन ते दिखानी है फिर, तां साडे कोल बेटे की बन जांदी है, एक आयत बन जांदी है। ठीक है, हुण तुसीं एक मिनट लई स्क्रीन ते देखो दोबारा कि यही चीज़ तुहाडे कोल नहीं बनी हुई कि ये दो बहुभुज ने, इन्हां दोनों नूं मिला के साडे कोल की बनी हुई है, आयत बनी हुई है। ठीक है, तां आयत दी लंबाई 6 सेंटीमीटर ते चौड़ाई कितनी है 4 सेंटीमीटर। तां बड़ी जल्दी नाल आपां उवें देखदे हां, आयत दा खेत्रफल कितना होएगा हुण 6 सेंटीमीटर गुना 4 सेंटीमीटर। हुण मैं फॉर्मूला इसलिए नहीं लिख रही क्योंकि हुण तुहानूं आपां जल्दी नाल उसे तरह दा क्वेश्चन है जिहड़ा आपां लास्ट करके हटे हां। इहदे विच बेटे बहुभुजां दी संख्या कितनी है 2, कितनी है बेटे 2। तो एक बहुभुज दा खेत्रफल कितना हो गया फिर, एक बहुभुज दा खेत्रफल 24/2 बेटे कितना आ गया 12 सेंटीमीटर स्क्वायर। ਤਾਂ ਇਹ ਬੜਾ ਇੱਕ ਨਵਾਂ ਕਨਸੈਪਟ ਅਸੀਂ ਸਿੱਖਿਆ ਜਿਹਦੇ 'ਚ ਕਿ ਅਸੀਂ ਸਰਵਾਂਗ ਸਮਤਾ ਦਾ ਜਿਹੜਾ ਹੈ ਕਨਸੈਪਟ ਅਸੀਂ ਯੂਜ਼ ਕੀਤਾ ਹੈ ਏਰੀਆ ਦੇ ਵਿੱਚ। ਹੁਣ ਬੇਟੇ ਇੱਕ ਹੋਰ ਵੈਰੀ ਇੰਪੋਰਟੈਂਟ ਕੁਐਸਚਨ ਹੈ ਆਪਣਾ ਕਿ ਇੱਕ ਤਾਰ 10 ਸੈਂਟੀਮੀਟਰ ਭੁਜਾ ਵਾਲੇ ਵਰਗ ਆਕਾਰ ਦੀ ਹੈ। ਦੇਖੋ ਬੇਟੇ ਇੱਕ ਤਾਰ ਹੈ ਉਹ ਇਸ ਤਰ੍ਹਾਂ ਨਾਲ ਆਪਾਂ ਵਰਗ ਆਕਾਰ 'ਚ ਬਣਾਈ ਹੋਈ ਹੈ ਜਿਹਦੀ ਭੁਜਾ ਕਿੰਨੀ ਹੈ ਬੇਟੇ 10 ਸੈਂਟੀਮੀਟਰ। जेकर तार नूं मोड़ के 12 सेंटीमीटर लंबाई वाली आयत बनाई जाती है तो उसकी चौड़ाई पता करो। देखो बेटे तार है जिहड़ी पहला उस तारां तुसीं देखिए ना मुड़ जांदियां आराम नाल, तां पहला उहदी किस तरह की बनी हुई है आकृति की बनी हुई है वर्ग। तो जे मैं तुहानूं पुछां भी बई इस तार की लंबाई कितनी होगी तो तुसीं मैनूं दस सकदे हो ना तार की लंबाई कितनी होगी जिन्ना इस वर्ग का की है परिमाप। तो आओ पहला सब तो असीं तार की लंबाई पता करते हाँ। तार की लंबाई कितनी होनी चाहिए है जिन्ना इस वर्ग का की है बेटे परिमाप। हाँ जी कितना होएगा वर्ग का परिमाप आपां नूं पता है 4 गुना भुजा यानी कि 4 गुना 10 बराबर है 40 सेंटीमीटर। सानू तार जो असीं इहनूं वर्ग नूं खोल के असीं तार बना पूरी सीधी तार कर ली तो उहदी लंबाई साडे कोल 40 सेंटीमीटर आऊगी। तो हुण फिर असीं दोबारा तार नूं मोड़िया तो हुण असीं की बनाती उहदी आयत, की बना ली बेटे असीं उहदी आयत बना ली जिहदी कि सानू लंबाई पता है 12 सेंटीमीटर है। ठीक है बच्चों, सानू इहदी जिहड़ी चौड़ाई नहीं पता वो असीं पता करनी है। तो देखो हुण आपां नूं पता है तार जो है हुण की बन गई उसकी आयत, इहदा मतलब आयत का परिमाप कितना होगा जिन्नी तार दी की है लंबाई। बिल्कुल ठीक, तो असीं लिखते हैं आयत का परिमाप बराबर है जिन्नी तार दी की है लंबाई और तार दी लंबाई बेटा असीं पता कर चुके हैं 40 सेंटीमीटर है। फॉर्मूला सानू आंदा है कितना बेटे 2 मल्टीप्लाई लेंथ प्लस ब्रेथ इज इक्वल टू 40। हुण बेटे आपां नूं लेंथ इहदी पता है 12, ब्रेथ बेटे असीं आपां जिवें पहला क्वेश्चन कीता सी अज वाला वो बिल्कुल सेम इक्वेशन बन गई है। 12 प्लस बी बराबर है 40/2 कितना आ गया बेटा 20। तो बी कितना आ गया 20 माइनस 12 बेटे कितना आ गया 8 सेंटीमीटर। लो बेटे आप फाइंड आउट कर लिए दी। ठीक है जी, ब्रेथ पता लग गई, चौड़ाई पता लग गई। हुण उन्हें आपां नूं एक क्वेश्चन होर पूछ लिया कि बई किसका खेत्रफल वध है वर्ग दा या आयत दा। ये भी आपां बहुत जल्दी ना पता कर सकते हैं। देखो बेटा जे आपां नूं फॉर्मूले आंदे आ साडे सामने फिगर बनी हुई है तो असीं बहुत आराम नाल सब कुछ पता कर लैंदे आ। वर्ग का खेत्रफल बेटे की फॉर्मूला वर्ग के खेत्रफल का साइड मल्टीप्लाई साइड। हाँ जी 10 गुना 10 कितना आ गया राजे 100 सेंटीमीटर स्क्वायर। उसी तरह नाल आयत का बेटे खेत्रफल कितना होएगा, आयत का खेत्रफल L मल्टीप्लाई B यानी 12 गुना 8 कितना आ गया बेटे 96 सेंटीमीटर स्क्वायर। हुण तुसीं देख ही सकते हो किहदा खेत्रफल ज्यादा है, वर्ग का ज्यादा है या आयत का ज्यादा है। खेत्रफल साडे कोल किहदा ज्यादा है वर्ग दा यानी कि 100 सेंटीमीटर के। तो साडे कोल
ਇਹਦਾ ਜਿਹੜਾ ਆਨਸਰ ਕੀ ਆ ਜਾਏਗਾ ਕਿ ਇਸ ਦਾ ਕਿਹਦਾ ਖੇਤਰਫਲ ਜ਼ਿਆਦਾ ਹੈ, ਵਰਗ ਦਾ ਖੇਤਰਫਲ ਜ਼ਿਆਦਾ ਹੈ। ਤਾਂ ਦੇਖੋ ਬੇਟੇ ਇੱਕ ਸਾਡੇ ਕੋਲ ਐਗਜ਼ਾਮਪਲ ਵੀ ਹੈ ਕਿ ਜਦੋਂ ਪਰਿਮਾਪ ਤਾਂ ਕੀ ਹਨ ਬਰਾਬਰ, ਪਰ ਖੇਤਰਫਲ ਕੀ ਹਨ, ਅਲੱਗ-ਅਲੱਗ ਹਨ। ਇਸੇ ਤਰ੍ਹਾਂ ਬੇਟੇ ਹੋਰ ਸਥਿਤੀਆਂ ਹੋ ਸਕਦੀਆਂ ਜਦੋਂ ਖੇਤਰਫਲ ਬਰਾਬਰ ਹੋਣ ਤੇ ਪਰਿਮਾਪ ਕੀ ਹੁੰਦੇ ਨੇ, ਡਿਫਰੈਂਟ ਹੁੰਦੇ ਨੇ। ਇੱਕ ਬੇਟੇ ਹੋਰ ਕੁਐਸਚਨ ਤੁਹਾਡੇ ਸਾਹਮਣੇ ਜਿਹੜਾ ਕਿ ਬੜਾ ਇੰਪੋਰਟੈਂਟ ਹੈ ਔਰ ਸੋਚਣ ਵਾਲਾ ਕੁਐਸਚਨ ਹੈ ਕਿ ਅਨੂ ਆਪਣੇ ਘਰ ਦੇ ਸਾਹਮਣੇ ਬਗੀਚੇ ਦੇ 3 ਪਾਸੇ ਜਿਨ੍ਹਾਂ ਦੀਆਂ ਲੰਬਾਈਆਂ 20 ਮੀਟਰ, 12 ਮੀਟਰ ਅਤੇ 12 ਮੀਟਰ ਹਨ ਨੂੰ ਬਾੜ ਲਗਾਉਂਦੀ ਹੈ। 150 ਰੁਪਏ ਪ੍ਰਤੀ ਮੀਟਰ ਦੀ ਦਰ ਨਾਲ ਬਾੜ ਲਗਾਉਣ ਦਾ ਖਰਚਾ ਪਤਾ ਕਰੋ। ਦੇਖੋ ਬੇਟੇ ਇਹੋ ਜਿਹੀਆਂ ਸਥਿਤੀਆਂ ਆਪਣੇ ਆਮ ਲਾਈਫ 'ਚ ਵੀ ਆਉਂਦੀਆਂ ਨਾ। ਤੁਹਾਡੇ ਕਿਸੇ ਦੇ ਘਰ ਦੇ ਬਾਹਰ ਮੰਨ ਲਓ ਕੋਈ ਛੋਟੀ ਕਿਆਰੀ ਹੈ, ਛੋਟਾ ਪਾਰਕ ਹੈ, ਮੰਨ ਲਓ ਆਪਾਂ ਦੇਖਣਾ ਵੀ ਅਸੀਂ ਉਹਦੇ ਤੇ ਆਸ-ਪਾਸ ਬਾੜ ਲਾਉਣੀ ਹੈ, ਤਾਰ ਲਾਉਣੀ ਹੈ, ਅਸੀਂ ਬਾਜ਼ਾਰ 'ਚ ਖਰੀਦਣ ਜਾਣਾ ਤਾਂ ਪਹਿਲਾਂ ਸਾਨੂੰ ਉਹਦੀ ਮੈਜ਼ਰਮੈਂਟ ਵੀ ਕਰਨੀ ਪਏਗੀ। ਨਹੀਂ ਅਸੀਂ ਜ਼ਿਆਦਾ ਲਿਆਵਾਂਗੇ ਤਾਂ ਫਿਰ ਉਹ ਸਾਡੇ ਪੈਸੇ ਵੇਸਟ ਹੈ, ਘੱਟ ਲਿਆਵਾਂਗੇ ਤਾਂ ਫਿਰ ਲੈਣ ਜਾਣਾ ਪੈਣਾ। ਇਸ ਕਰਕੇ ਇਹ ਚੀਜ਼ਾਂ ਆਪਣੀਆਂ ਆਮ ਰੋਜ਼ਾਨਾ ਲਾਈਫ ਦੇ ਵਿੱਚ ਬਹੁਤ ਯੂਜ਼ ਹੁੰਦੀਆਂ ਬੇਟੇ। ਤੁਸੀਂ ਦੇਖੋ ਹੁਣ ਇਸ ਕੁਐਸਚਨ 'ਚ ਕੀ ਕਰਾਂਗੇ ਆਪਾਂ, ਤੁਸੀਂ ਬੜਾ ਧਿਆਨ ਨਾਲ ਦੇਖਣਾ ਕਿ ਉਹਨੇ ਆਪਾਂ ਨੂੰ 3 ਚੀਜ਼ਾਂ ਦਿੱਤੀਆਂ। ਹੁਣ ਆਪਣੇ ਦਿਮਾਗ 'ਚ ਆ ਰਿਹਾ ਵੀ ਫਿਰ ਚੌਥੀ ਕਿਉਂ ਨਹੀਂ ਦਿੱਤੀ ਹੋਈ, ਤਾਂ ਤੁਸੀਂ ਫਿਗਰ 'ਚ ਧਿਆਨ ਨਾਲ ਦੇਖੋ ਕਿ ਚੌਥੇ ਪਾਸੇ ਬੇਟੇ ਉਹਦੀ ਕੀ ਹੈ, ਘਰ ਦੀ ਦੀਵਾਰ ਹੈ। ਤੇ ਇੱਥੇ ਤਾਂ ਸਾਨੂੰ ਲੋੜ ਹੀ ਨਹੀਂ ਬਾੜ ਲਗਾਉਣ ਦੀ, ਅਸੀਂ 3 ਪਾਸੇ ਬੇਟੇ ਬਾੜ ਲਗਾਉਣੀ ਹੈ। ਹੁਣ ਇਹਦੇ ਵਿੱਚ ਦੇਖਿਆ ਜਾਵੇ ਤਾਂ ਸਾਡੇ ਕੋਲ ਚਾਹੇ ਉਹ ਰੈਕਟੈਂਗਲ ਬਣ ਰਿਹਾ ਜਿਹੜਾ ਉਹਦਾ ਬਗੀਚਾ, ਪਰ ਸਾਡੇ ਕੋਲ ਰੈਕਟੈਂਗਲ ਦਾ ਜਿਹੜਾ ਫਾਰਮੂਲਾ ਪੂਰਾ ਸਾਨੂੰ ਉਹਦੀ ਜ਼ਰੂਰਤ ਨਹੀਂ ਹੈ ਲਗਾਉਣ ਦੀ। ਆਪਾਂ ਸਿੰਪਲ ਕੀ ਲਿਖਾਂਗੇ ਕਿ ਸਾਡੇ ਕੋਲ ਜਿਹੜੀ ਬਾੜ ਦੀ ਲੰਬਾਈ ਕਿੰਨੀ ਚਾਹੀਦੀ ਹੈ ਬੇਟਾ ਆਪਾਂ ਨੂੰ, ਜਿੰਨੀਆਂ ਉਹਦੀਆਂ ਤਿੰਨੋਂ ਭੁਜਾਵਾਂ ਨੇ 20 ਮੀਟਰ ਪਲੱਸ 12 ਮੀਟਰ ਪਲੱਸ 12 ਮੀਟਰ। ਅਸੀਂ ਬੇਟੇ ਇਹਨੂੰ ਜੋੜ ਲਾਂਗੇ, ਕਿੰਨਾ ਆ ਗਿਆ ਸਾਡੇ ਕੋਲ 44 ਮੀਟਰ। ਠੀਕ ਹੈ, ਯਾਨੀ ਅਸੀਂ ਇਹਦਾ ਪਰਿਮਾਪ ਕੱਢ ਲਿਆ। ਉਸ ਤੋਂ ਬਾਅਦ ਅਸੀਂ ਇਹਦਾ ਖਰਚਾ ਕੱਢ ਲੈਣਾ ਬੇਟੇ। 1 ਮੀਟਰ ਬਾੜ ਜੋ ਤਾਰ ਦਾ ਖਰਚਾ ਕਿੰਨਾ ਹੈ ਜਾਂ ਬਾੜ ਦਾ ਖਰਚਾ ਕਿੰਨਾ ਆਂਦਾ ਹੈ, 150 ਰੁਪਏ। ਤਾਂ ਬੇਟੇ 44 ਮੀਟਰ ਦਾ ਅਸੀਂ ਫਟਾਫਟ ਤੋਂ ਖਰਚਾ ਕੱਢ ਲੈਣਾ, 150 ਗੁਣਾ 44। ਠੀਕ ਹੈ ਬੇਟੇ, ਤੁਹਾਡੇ ਕੋਲ 660 ਰੁਪਏ ਜਿਹੜਾ ਕੁਐਸਚਨ ਤੁਹਾਡੇ ਕੋਲ ਆਨਸਰ ਆ ਜਾਏਗਾ। ਯਾਨੀ ਇਹ ਕੁਐਸਚਨ ਮੈਂ ਤੁਹਾਨੂੰ ਬੇਟੇ ਇੱਥੇ ਇਸ ਕਰਕੇ ਕਰਾਇਆ ਕਿ ਇਹ ਨਹੀਂ ਕਿ ਅਸੀਂ ਕੁਝ ਏਰੀਆ ਪਰਿਮਾਪ ਸਿੱਖ ਲਿਆ ਤੇ ਸਾਨੂੰ ਕੁਐਸਚਨ ਆ ਗਏ ਅਸੀਂ ਮੈਥ ਚੋਂ। ਇਹ ਸਾਡੀਆਂ ਰੋਜ਼ਾਨਾ ਲਾਈਫ ਦੇ ਵਿੱਚ ਵੀ ਬੇਟੇ ਇਹ ਕਨਸੈਪਟ ਹੈ ਜਿਹੜਾ ਬਹੁਤ ਕੰਮ ਆਉਂਦਾ ਹੈ। ਤੇ ਤੁਸੀਂ ਇਸ ਅਭਿਆਸ ਦੇ ਹੋਰ ਇਸ ਤਰ੍ਹਾਂ ਦੇ ਪ੍ਰਸ਼ਨ ਬੇਟੇ ਲੈਣੇ ਆ ਤੇ ਉਹ ਕੁਐਸਚਨ ਤੁਸੀਂ ਸਾਰੇ ਸੋਲਵ ਕਰਨੇ ਆ। ਤੇ ਫਾਰਮੂਲੇ ਬੇਟੇ ਹਮੇਸ਼ਾ ਤੋਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਲਿਖੋ ਪਹਿਲਾਂ ਫਾਰਮੂਲੇਜ਼ ਨੂੰ। ਜਿਹੜੀ ਚੀਜ਼ ਤੁਸੀਂ ਲਿਖ ਲੈਂਦੇ ਹੋ ਤੁਹਾਨੂੰ ਅੱਛੀ ਤਰ੍ਹਾਂ ਨਾਲ ਜਿਹੜੀ ਉਹ ਯਾਦ ਵੀ ਹੋ ਜਾਂਦੀ ਹੈ। ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ, ਜਦੋਂ ਇਹ ਜਿਹਾ ਕੋਈ ਕੁਐਸਚਨ ਆਉਂਦਾ ਏਰੀਆ ਐਂਡ ਪੈਰੀਮੀਟਰ ਦਾ, ਹਮੇਸ਼ਾ ਪਹਿਲਾਂ ਤੁਸੀਂ ਫਿਗਰ ਜ਼ਰੂਰ ਡਰਾ ਕਰੋ। ਤੁਸੀਂ ਦੇਖੋਗੇ ਤੁਹਾਡੇ ਕੁਐਸਚਨ ਬਹੁਤ ਘੱਟ ਫਿਰ ਕੋਈ ਰਹਿ ਜਾਂਦਾ ਚਾਂਸ ਕਿ ਗਲਤ ਹੋਣਗੇ, ਨਹੀਂ ਤਾਂ ਜ਼ਿਆਦਾਤਰ ਜਿਹੜੇ ਕੁਐਸਚਨ ਹੈ ਉਹ ਤੁਹਾਡੇ ਠੀਕ ਹੋ ਜਾਂਦੇ ਆ। ਤੇ ਮੈਨੂੰ ਉਮੀਦ ਹੈ ਬੇਟੇ ਕਿ ਤੁਹਾਨੂੰ ਲੈਕਚਰ ਅੱਛੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਇਹਦੇ ਨਾਲ ਦੇ ਜਿਹੜੇ ਕੁਐਸਚਨ ਹੈ ਉਹ ਜ਼ਰੂਰ ਕਰਕੇ ਦੇਖੋਗੇ। ਥੈਂਕ ਯੂ ਸੋ ਮਚ।